Hello everyone, learners, friends and students. Welcome back on our channel where we provide you and cater you all the information related to your subject, and sorry for the inconvenience that it had been long that I provided you video or learning material regarding your studies. Okay, now we are resuming back again. So I thought to provide you rest of the things for your help, and especially students for plus 2 classes, so that they may not feel any obstacle in their life. Okay, दोस्तों, friends, स्टूडेंट्स जो सीखने वाले हैं, एक बार फिर ਆਪਾਂ ਸਵਾਗਤ ਕਰਦੇ ਹਾਂ ਤੁਹਾਡਾ। ਅੱਜ ਦੀ ਕਲਾਸ 'ਚ ਆਪਾਂ ਸ਼ੁਰੂਆਤ ਕਰਨ ਲੱਗੇ ਹਾਂ sociology lesson number 3rd, and the last topic है okay, subject sociology lesson number 3rd, urban society, and last part, issues or problems related to urban society. Friends, in the previous video you might have gone through the topics up to lesson number 3rd, and I mentioned in the topic that if you have any doubt in order to understand any of the topic, can contact or send a message in the inbox so that later on I can reply you back. ठीक है, आज दी क्लास च रूरल सोसाइटी चैप्टर नंबर 3rd द लास्ट टॉपिक करन जा रहे हां, इश्यूज और प्रॉब्लम्स ऑफ अर्बन सोसाइटीज। मैं दो टॉपिक तां लिखे ने, दोनों नाम तां तो एग्जाम दे कोई भी आ जांदा है तो ਤੁਹਾਡੇ ਲਈ ਈਜ਼ੀ ਹੋ ਜਾਂਦਾ है। ओके, लेट अस प्रोसीड। लेसन नंबर 3rd, अर्बन सोसाइटी। Urban people have two problems related to their life. One is housing and the other is slums. Housing and slums. ਹੁਣ ਮੇਨਲੀ ਜਦੋਂ ਅਰਬਨ ਸੋਸਾਇਟੀ ਨੂੰ ਪ੍ਰੋਬਲਮਸ ਆ ਰਹੀਆਂ ਨੇ ਹਾਊਸਿੰਗ ਐਂਡ ਸਲਮਸ ਦੀ, ਤਾਂ ਮੇਜੋਰਿਟੀ ਹੈ growth or increase of the population in India. Okay, ਜੇ ਆਪਾਂ ਸਨੈਰੀ ਗੱਲ ਕਰੀਏ ਇੰਡੀਆ ਦੀ, ਤਾਂ ਪੋਪੂਲੇਸ਼ਨ ਵੱਧਦੀ ਜਾਂਦੀ ਹੈ, ਜਿਹਦੇ ਕਰਕੇ ਦੋ ਪ੍ਰੋਬਲਮਸ ਰਾਈਜ਼ ਅਪ ਹੁੰਦੀਆਂ ਨੇ, ਹਾਊਸਿੰਗ ਐਂਡ ਸਲਮਸ। ਹਾਊਸਿੰਗ we generally know building, okay, building or structure that physically we see, ਜਿਹਦੇ ਚ ਛੱਤ ਹੁੰਦੀ ਹੈ, ਵਿਅਕਤੀ ਰਹਿੰਦਾ ਵਾ, ਬਿਲਡਿੰਗ ਆਪਾਂ ਦੇਖਦੇ ਵਾ, ਕਮਰੇ ਇੱਟਾਂ ਕੰਕਰੀਟ ਸੀਮੈਂਟ ਨਾਲ ਬਣਾਇਆ ਜਾਂਦਾ ਹੈ, ਠੀਕ ਹੈ। ਸਲਮਸ area unhygienic, okay, area unhygienic in unventilated, ਜੋ ਬਹੁਤ ਹੀ ਗੰਦਗੀ ਨਾਲ ਹੈ, ਵਾਤਾਵਰਨ ਸਾਫ਼ ਨਹੀਂ ਹੈ, ਹਵਾ ਦਾ ਕੋਈ ਪ੍ਰਬੰਧ ਨਹੀਂ ਹੈ, facilities, street lighting, sewage system, life all together। ਇਹ ਦੋ ਪ੍ਰੋਬਲਮ ਹੈ ਜੋ ਅਰਬਨ ਸੋਸਾਇਟੀ ਫੇਸ ਕਰਦੀ ਹੈ, ਹਾਊਸਿੰਗ ਐਂਡ ਸਲਮਸ। ਹਾਊਸਿੰਗ ਜੋ ਫਿਜ਼ੀਕਲ ਸਟਰਕਚਰ ਦੇਖਦੇ ਹਾਂ, ਆਪਾਂ ਬਿਲਡਿੰਗ ਦੇਖਦੇ ਹਾਂ, ਉਹਨੂੰ ਆਪਾਂ ਘਰ ਕਹਿੰਦੇ ਹਾਂ ਹਾਊਸਿੰਗ। ਦੂਸਰਾ ਸਲਮਸ, ਇਹ ਜਨਰਲ ਆਪਾਂ ਗੱਲ ਕਰ ਰਹੇ ਹਾਂ। ਓਕੇ, ਸਲਮਸ ਜੋ ਏਰੀਆ ਹੁੰਦਾ ਵਾ ਵੈਰੀ ਡਿਮੋਟਡ, ਆਊਟਸਕਰਟਸ ਆਫ ਦੀ ਮੇਨ ਸਿਟੀ, ਬਾਹਰ ਹੁੰਦੇ ਨਾ ਆਊਟਸਕਰਟਸ, ਬਾਹਰ ਏਰੀਆ, ਸੀਮਾ, ਉੱਥੇ ਸਲਮਸ ਪਾਏ ਜਾਂਦੇ ਨੇ। ਸਲਮਸ ਨੂੰ ਆਪਾਂ ਜਾਣਦੇ ਹਾਂ, ਝੁੱਗੀ ਝੌਂਪੜੀਆਂ ਹੁੰਦੀਆਂ ਨੇ, ਕਿੱਦਾਂ ਆਸ-ਪਾਸ এনवायरमेंट ਸਿਸਟਮ ਹੁੰਦਾ ਹੈ। ਇਹ ਜਨਰਲ ਗੱਲ ਕੀਤੀ ਆਪਾਂ ਹਾਊਸਿੰਗ ਤੇ ਸਲਮਸ ਬਾਰੇ। ਹੁਣ ਆਪਾਂ ਇੱਕ ਟੌਪਿਕ ਲੈ ਲੈਂਦੇ ਹਾਂ, ਹਾਊਸਿੰਗ। ਓਕੇ, ਹੁਣ ਪ੍ਰੋਬਲਮ ਕੀ ਹੈ ਅਰਬਨ ਸੋਸਾਇਟੀ ਦੀ ਹਾਊਸਿੰਗ ਨੂੰ ਲੈ ਕੇ? ਇਹਨਾਂ ਦੇ ਵਿੱਚ ਪ੍ਰੋਬਲਮ ਹੋ ਰਹੀ ਹੈ ਹੋਮਲੈਸਨੈਸ ਦੀ। ਓਕੇ, ਹੋਮਲੈਸਨੈਸ ਮੀਨਸ ਜਦੋਂ ਲੋਕ ਰਹਿੰਦੇ ਨੇ ਪਰ ਉਹਨਾਂ ਨੂੰ ਰਹਿਣ ਦੇ ਲਈ ਘਰ ਪ੍ਰੋਵਾਈਡ ਨਹੀਂ ਹੁੰਦੇ, ਫੈਸਿਲਿਟੀਜ਼ ਨਹੀਂ ਹੁੰਦੀਆਂ। ਫੈਸਿਲਿਟੀਜ਼ ਮੀਨਸ ਉਹਨਾਂ ਕੋਲ ਰਹਿਣ ਦੇ ਲਈ ਘਰ ਹੀ ਨਹੀਂ ਹੈਗੇ। ਓਕੇ, ਹੁਣ ਹੋਮਲੈਸਨੈਸ ਹੈ ਲੈਕ ਆਫ ਹਾਊਸਸ, ਇੱਕ ਰੀਜ਼ਨ ਦੇ ਵਿੱਚ ਆਏਗਾ। ਓਕੇ, बेसिक आप लिख देवा होमलेस मींस लैक ऑफ हाउसेस। हुन रीजंस की हो सकते ने, रीजंस ऑफ होमलेसनेस, रीजंस ऑफ होमलेसनेस, रीजंस माइग्रेशन। ओके, माइग्रेशन ਜਦੋਂ ਲੋਕ मूव ਕਰਦੇ ਨੇ एक जगह तो दूसरी जगह जो हुण गल आ गई अर्बन दी,
ਤਾਂ ਲੋਕ ਮੂਵ ਕਰਨਗੇ ਆਪਣੇ ਏਰੀਆ ਤੋਂ ਅਰਬਨ ਏਰੀਆ ਦੇ ਸਿਟੀਜ਼ ਦੇ ਵਿੱਚ। ਹੁਣ ਇਹ ਜਿਹੜੇ ਲੋਕ ਹੋਣਗੇ ਮੂਵ ਕਰਨ ਵਾਲੇ ਇਹ ਹੋਣਗੇ ਰੂਰਲ ਪੀਪਲ। ਰੂਰਲ ਪੀਪਲ ਮੀਨਸ ਜਿਹੜੇ ਵਿਲੇਜ ਤੋਂ ਬਿਲੋਂਗ ਕਰਦੇ ਨੇ, ਉਹ ਮੂਵ ਕਰਨਗੇ ਨਿਊ ਫੈਸਿਲਿਟੀਜ਼, ਟੈਕਨੀਕਸ, ਐਡਵਾਂਸਮੈਂਟ ਜੋ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਮਿਲੇਗੀ, ਪਿੰਡਾਂ 'ਚ ਨਹੀਂ ਮਿਲਦੀ, ਇਸ ਕਰਕੇ ਉਹ ਮੂਵ ਕਰਨਗੇ। ਤਾਂ ਮੂਵ ਕਰਨ ਦੇ ਮਾਈਗ੍ਰੇਸ਼ਨ ਹੁੰਦਾ ਮੂਵਮੈਂਟ ਆਫ ਪੀਪਲ ਫਰਮ ਵਨ ਪਲੇਸ ਟੂ ਅਨਦਰ, ਇੱਕ ਜਗ੍ਹਾ ਤੋਂ ਦੂਸਰੇ ਸਥਾਨ ਨੂੰ ਕਹਿੰਦੇ ਨੇ ਮਾਈਗ੍ਰੇਸ਼ਨ, ਆਵਾਸ। ਓਕੇ, ਅਰਬਨ ਸੋਸਾਇਟੀ ਦੇ ਵਿੱਚ ਮੂਵ ਕਰਨਗੇ ਜਿਹਦੇ ਕਰਕੇ ਇਹਦੀ ਪੋਪੂਲੇਸ਼ਨ ਵਧੇਗੀ, ਘਰਾਂ ਦੀ ਕਮੀ ਹੋਏਗੀ, ਜਦੋਂ ਜ਼ਿਆਦਾ ਲੋਕ ਆਉਂਦੇ ਰਹਿਣਗੇ ਘਰ ਹੋਣਗੇ ਨਹੀਂ, ਜਿਹਦੇ ਕਰਕੇ ਹੋਮਲੈਸਨੈਸ ਜਾਂ ਹਾਊਸਿੰਗ ਦੀ ਪ੍ਰੋਬਲਮ ਪੈਦਾ ਹੋਏਗੀ। ਓਕੇ, ਜੇ ਮੈਂ ਇੱਥੇ ਇਹਨੂੰ ਇਦਾਂ ਲਿਖ ਦੇਣਾ ਪੋਪੂਲੇਸ਼ਨ ਵਧਣ ਕਰਕੇ ਸ਼ਹਿਰਾਂ ਦੇ ਵਿੱਚ ਘਰਾਂ ਦੀ ਸਮੱਸਿਆ ਹੋ ਰਹੀ ਹੈ। ਪੋਪੂਲੇਸ਼ਨ ਵਧਣ ਕਰਕੇ ਘਰਾਂ ਦੀ ਸਮੱਸਿਆ ਹੋ ਰਹੀ ਹੈ। ਐਗਜ਼ਾਮਪਲ ਤੁਹਾਨੂੰ ਦਿੰਦਾ ਵਾਂ, ਲੁਧਿਆਣੇ ਦੇ ਸ਼ਹਿਰ ਦੇ ਵਿੱਚ ਜਦੋਂ ਯੂਪੀ ਤੋਂ ਵੀ ਕਈ ਹੋਰ ਰਿਮੋਟ ਏਰੀਏ ਤੋਂ ਬੈਕਗ੍ਰਾਉਂਡ ਜਿਹੜੇ ਪਿੰਡਾਂ ਵਾਲੇ ਹੈਗੇ ਨੇ ਉਹ ਸ਼ਹਿਰਾਂ ਵੱਲ ਉੱਥੇ ਜਦੋਂ ਮੂਵ ਕਰਦੇ ਨੇ, ਕਿੰਨਾ ਕੰਜੈਸਟਡ ਹੋ ਜਾਏਗਾ, ਆਲ ਟੂਗੈਦਰ ਓਵਰ ਕਰਾਊਡਡ। ਇਹਨੂੰ ਮੈਂ ਲਿਖ ਦਿੰਦਾ ਵਾਂ, ਬਾਅਦ ਆਪਾਂ ਡਿਸਕਸ਼ਨ ਕਰਦੇ ਹਾਂ। ਕੰਜੈਸ਼ਨ, ਆਪਾਂ ਟਾਪਿਕ ਚੱਲਦਾ ਪੋਪੂਲੇਸ਼ਨ। ਭੀੜ ਭੜੱਕਾ ਹੋਏਗਾ, ਭੀੜ ਭੜੱਕੇ ਦੇ ਕਰਕੇ ਜਦੋਂ ਓਕੇ ਮੰਨ ਲਓ ਇੱਕ ਵਿਅਕਤੀ ਕੋਲੇ ਘਰ ਹੈਗਾ ਵਾ ਗਰਾਊਂਡ ਫਲੋਰ ਐਂਡ ਫਸਟ ਫਲੋਰ, ਇੱਕ ਜਗ੍ਹਾ ਤੇ ਆਪ ਰਹੇਗਾ, ਦੂਸਰਾ ਕਿਰਾਏ ਤੇ ਚਾੜ ਦੇਗਾ। ਉਸ ਤੋਂ ਬਾਅਦ ਵੀ ਜਦੋਂ ਆਪਾਂ ਲੁਧਿਆਣੇ ਦੇ ਸ਼ਹਿਰ ਦੀ ਗੱਲ ਕੀਤੀ ਹੈ, ਲੁਧਿਆਣੇ ਦੇ ਸ਼ਹਿਰ ਵਿੱਚ ਕਈ ਲੋਕਾਂ ਨੂੰ ਦੇਖਦੇ ਹਾਂ ਟਰੈਵਲ ਕਰਦੇ ਸਮੇਂ ਉਹ ਪੈਡਸਟਰੀਅਨ ਵੇ ਤੇ ਸੁੱਤੇ ਪਏ ਹੁੰਦੇ ਨੇ। ਪੈਡਸਟਰੀਅਨ ਜਿਹੜੇ ਪੈਦਲ ਚੱਲਣ ਵਾਲਾ ਰਸਤਾ ਹੁੰਦਾ ਹੈ, ਜਾਂ ਆਸ-ਪਾਸ ਝੁੰਗੀ ਬਣਾਉਣਗੇ, ਜਿਹੜਾ ਦੂਸਰਾ ਪਾਰਟ ਹੈ ਪ੍ਰੋਬਲਮ ਦਾ ਅਰਬਨ ਪੀਪਲ ਦਾ। ਓਵਰ ਪੋਪੂਲੇਸ਼ਨ ਕਾਰਨ ਬਣਦਾ ਹੈ ਹਾਊਸਿੰਗ ਜਾਂ ਹੋਮਲੈਸਨੈਸ ਦਾ। ਓਵਰ ਪੋਪੂਲੇਸ਼ਨ, ਜਦੋਂ ਮਾਈਗ੍ਰੇਸ਼ਨ ਹੋਏਗੀ ਲੋਕਾਂ ਦੇ ਲਈ ਪਿੰਡਾਂ ਤੋਂ ਸ਼ਹਿਰਾਂ ਵੱਲ ਮੂਵ ਕਰਨਾ ਹੈ ਤਾਂ ਲੋਕ ਇਕੱਠੇ ਹੋ ਜਾਣਗੇ। ਓਕੇ, ਇਹ ਇਕੱਠੇ ਹੋਣਾ ਭੀੜ ਭੜੱਕੇ ਨੂੰ ਦਰਸਾਏਗਾ। ਜਦੋਂ ਪੋਪੂਲੇਸ਼ਨ ਜ਼ਿਆਦਾ ਹੋ ਜਾਏਗੀ, ਰਹਿਣ ਦੇ ਲਈ ਉਹਨੇ ਘਰ ਨਹੀਂ ਹੋਣਗੇ ਤਾਂ ਘਰਾਂ ਦੀ ਸਮੱਸਿਆ ਆਏਗੀ, ਜੋ ਸਿੱਧੇ ਤੌਰ ਤੇ ਇੱਕ ਜਨਮ ਦਿੰਦੀ ਹੈ ਨਵੀਂ ਪ੍ਰੋਬਲਮ ਨੂੰ, ਜੋ ਸੀਗੀ ਸਲਮਸ। ਓਕੇ, ਕੰਜੈਸ਼ਨ ਹੈ ਭੀੜ ਭੜੱਕਾ। ਫਿਰ ਇਹ ਜੇ ਆਪਾਂ ਤਿੰਨਾਂ ਦੀ ਗੱਲ ਕਰਾਂਗੇ, ਮਾਈਗ੍ਰੇਸ਼ਨ ਹੈ, ਪੋਪੂਲੇਸ਼ਨ, ਕੰਜੈਸ਼ਨ ਹੈ, ਆਪਸ ਵਿੱਚ ਇੰਟਰਕਨੈਕਟਡ ਹੈ। ਇੰਟਰਕਨੈਕਟਡ ਕਿੱਦਾਂ? ਮਾਈਗ੍ਰੇਸ਼ਨ ਮਤਲਬ ਪੀਪਲ ਜਿਹੜੀ ਹੁੰਦੀ ਹੈ ਉਹ ਓਵਰ ਪੋਪੂਲੇਸ਼ਨ ਜਨਮ ਦਿੰਦੀ ਹੈ, ਓਵਰ ਪੋਪੂਲੇਸ਼ਨ ਜਨਮ ਦਿੰਦੀ ਹੈ ਕੰਜੈਸ਼ਨ ਨੂੰ। ਕੰਜੈਸ਼ਨ ਮੀਨਸ ਭੀੜ ਭੜੱਕਾ। ਤਾਂ ਫਿਰ ਆਲ ਟੂਗੈਦਰ ਜਿਹੜੀ ਪ੍ਰੋਬਲਮਸ ਹੋਣਗੀਆਂ ਇੱਥੇ, ਉਹ ਫਿਰ ਘਰਾਂ ਦੀ ਸਮੱਸਿਆ ਆਏਗੀ। ਜਿਹੜੀ ਆਪਾਂ ਆਹ ਲਿਖੀ ਹੈ ਲੈਕ ਆਫ ਹਾਊਸਿੰਗ, ਅਗਰ ਆਪਾਂ ਇੱਥੋਂ ਹਟਾ ਦਿੰਦੇ ਹਾਂ, ਇਹਨੂੰ ਸਿੰਪਲ ਲੈਂਗੁਏਜ ਚ ਲਿਖਿਆ ਸੀ ਨਾ ਹੋਮਲੈਸਨੈਸ ਦੀ ਮੀਨਿੰਗ, ਤਾਂ ਫੋਰਥ ਪੁਆਇੰਟ ਆ ਜਾਏਗਾ ਲੈਕ ਆਫ ਹਾਊਸਸ। ਓਕੇ, ਲੈਕ ਆਫ ਹਾਊਸਸ ਦੀ ਪ੍ਰੋਬਲਮ ਸ਼ੋ ਹੁੰਦੀ ਵਾ ਹੋਮਲੈਸਨੈਸ ਕਰਕੇ। ਓਕੇ, ਮੈਂ ਰਿਵਾਈਜ਼ ਕਰ ਦਿੰਦਾ ਵਾਂ। ਅਰਬਨ ਸੋਸਾਇਟੀ ਦਾ ਜਦ ਟੌਪਿਕ ਚੱਲ ਰਿਹਾ ਵਾ ਇਸ਼ੂਸ ਔਰ ਪ੍ਰੋਬਲਮਸ, ਦੋ ਦੇਖੀਆਂ ਸੀ, ਹਾਊਸਿੰਗ ਐਂਡ ਸਲਮਸ। ਫਸਟ ਟੌਪਿਕ ਸ਼ੁਰੂ ਕੀਤਾ ਵਾ ਹਾਊਸਿੰਗ ਮੀਨਸ ਹੋਮਲੈਸਨੈਸ, ਘਰਾਂ ਦੀ ਕਮੀ ਕਿਉਂ ਹੁੰਦੀ ਹੈ। ਮਾਈਗ੍ਰੇਸ਼ਨ, ਜਦੋਂ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਆਵਾਸ ਹੁੰਦੇ ਨੇ ਤਾਂ ਇੱਕ ਹੋਰ ਦੇ ਸਕਦੇ ਵਾ ਅਨਪ੍ਰੀਪੇਅਰਡਨੈਸ। ਓਕੇ, ਅਨਪ੍ਰੀਪੇਅਰਡਨੈਸ ਮੀਨਸ ਅਰਬਨ ਪੀਪਲ ਨੂੰ ਪਤਾ ਨਹੀਂ, ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਜਿੰਨੇ ਲੋਕ ਰਹਿ ਰਹੇ ਨੇ ਉਹਨਾਂ ਨੇ ਆਪਣੇ ਘਰ ਬਣਾਣੇ ਨੇ। ਓਕੇ, ਹੁਣ ਜਦੋਂ ਮਾਈਗ੍ਰੇਸ਼ਨ ਹੋਏਗੀ, ਪੋਪੂਲੇਸ਼ਨ ਵਧੇਗੀ, ਭੀੜ ਭੜੱਕਾ ਹੋਏਗਾ, ਘਰਾਂ ਦੀ ਕਮੀ ਹੋਏਗੀ, ਇਹਨਾਂ ਦੀ ਥੋੜੀ ਤਿਆਰੀ ਹੈਗੀ ਸੀ ਸਾਡੇ ਇੱਥੇ ਆ ਕੇ ਸ਼ਹਿਰਾਂ ਦੇ ਵਿੱਚ ਲੋਕ ਵੱਧ ਜਾਣੇ ਨੇ ਤੇ ਸਾਨੂੰ ਪਹਿਲਾਂ ਘਰ ਬਣਾ ਕੇ ਰੱਖੀਏ। ਅਨਪ੍ਰੀਪੇਅਰਡਨੈਸ ਜੋ ਜਨਮ ਕਾਰਨ ਬਣਦਾ ਵਾ ਹੋਮਲੈਸਨੈਸ ਦਾ। ਇਹ ਰੀਜ਼ਨਸ ਆਪਾਂ ਨੇ ਫਾਈਂਡ ਆਊਟ ਕੀਤੇ ਨੇ ਵੀ ਕਿਸ ਤਰ੍ਹਾਂ ਸ਼ਹਿਰਾਂ ਦੇ ਵਿੱਚ ਘਰ ਦੀ ਸਮੱਸਿਆ ਹੁੰਦੀ ਹੈ। ਮਾਈਗ੍ਰੇਸ਼ਨ, ਜਿੱਥੇ ਉਹ ਲੋਕ ਰਹਿ ਰਹੇ ਨੇ ਕਰੀਬ 5000 ਦੇ ਕਰੀਬ ਪੋਪੂਲੇਸ਼ਨ, ਉਹਦਾ ਸੈੱਟ ਹੈ। ਪਰ ਜਦੋਂ ਮਾਈਗ੍ਰੇਟ ਹੋਣਗੇ ਲੋਕ ਉੱਥੇ ਆ ਕੇ ਰਹਿਣਗੇ, ਜਦੋਂ ਪਿੰਡਾਂ ਵਾਲੇ ਆਪਾਂ ਹੁਣੇ ਗੱਲ ਕਰ ਰਹੇ ਸੀਗੇ, ਐਂਡ ਪੀਪਲ ਵਿਲ ਮਾਈਗ੍ਰੇਟ ਟੂ ਦ ਅਰਬਨ ਸੋਸਾਇਟੀਜ਼, ਦੈਨ ਉੱਥੇ ਫਿਰ ਘਰਾਂ ਦੀ ਪ੍ਰੋਬਲਮ ਹੋਏਗੀ। ਕਿਉਂਕਿ ਉੱਥੇ ਪੋਪੂਲੇਸ਼ਨ ਵੱਧ ਜਾਏਗੀ। ਪੋਪੂਲੇਸ਼ਨ ਵਧਣ ਕਰਕੇ ਘਰ ਨਹੀਂ ਮਿਲਣਗੇ, ਭੀੜ ਭੜੱਕਾ ਹੋਏਗਾ, ਭੀੜ ਭੜੱਕੇ ਹੋਣ ਕਰਕੇ ਫਿਰ ਘਰਾਂ ਦੀ ਕਮੀ ਹੋਏਗੀ, ਉਹ ਲੋਕ ਅਨਪ੍ਰੀਪੇਅਰਡ ਹੁੰਦੇ ਨੇ। ਓਕੇ, ਮਾਈਗ੍ਰੇਸ਼ਨ, ਪੋਪੂਲੇਸ਼ਨ, ਕੰਜੈਸ਼ਨ, ਲੈਕ ਆਫ ਹਾਊਸਸ ਔਰ ਅਨਪ੍ਰੀਪੇਅਰਡਨੈਸ, ਇਹ ਚੀਜ਼ ਨੂੰ ਤੁਸੀਂ ਰਿਵਾਈਂਡ ਕਰਕੇ ਵੀ ਦੇਖ ਸਕਦੇ ਹੋ। ਅਗਰ ਤੁਹਾਨੂੰ ਡਾਊਟ ਹੋ ਜਾਂਦਾ ਨਾ ਤਾਂ ਫਿਰ ਮੈਸੇਜ ਲੀਵ ਕਰ ਦੇਣਾ ਇਨਬਾਕਸ 'ਚ, ਤਾਂ ਜੋ I can help you precisely and can get on live classes.
ओके सेकंड पार्ट स्लम्स। स्लम्स एक मेजर प्रॉब्लम है, खास करके स्लम्स ਨੂੰ ਆਪਾਂ ਦੇਖਦੇ ਸੀਗੇ ਮੈਟਰੋਪੋਲੀਟਨ ਏਰੀਆਜ਼। ਮੈਟਰੋਪੋਲੀਟਨ ਏਰੀਆਜ਼ ਮੀਨਸ ਜਿੱਦਾਂ ਮੁੰਬਈ, ਬੰਬੇ ਕਹਿੰਦੇ ਨੇ, ਮੁੰਬਈ, ਦਿੱਲੀ, ਕੋਲਕਾਤਾ, ਉੱਥੇ ਜ਼ਿਆਦਾਤਰ ਇਹਨੂੰ ਕੀ ਬੋਲਦੇ ਮੈਟਰੋਪੋਲੀਟਨ ਨੂੰ, ਮਹਾਨਗਰਾਂ ਦੇ ਵਿੱਚ ਸਲਮਸ ਪਾਏ ਜਾਂਦੇ। ਸਲਮਸ ਤੇ ਆਪਾਂ ਦੇਖਿਆ ਸੀ ਸਲਮਸ ਏਰੀਆ ਜੋ ਅਨਹਾਈਜੀਨਿਕ ਹੁੰਦੇ ਨੇ, ਜੋ ਬੜੇ ਹੀ ਬੁਰੀ ਦੁਰਦਸ਼ਾ 'ਚ ਰਹਿੰਦੇ ਨੇ, ਉਹਨਾਂ ਦਾ एनवायरनमेंट बड़ा वीक ਹੁੰਦਾ ਹੈ, ਵੈਂਟੀਲੇਸ਼ਨ ਦਾ ਕੋਈ ਸਿਸਟਮ ਨਹੀਂ ਹੁੰਦਾ, ਲੈਟਰਿਨ ਵਗੈਰਾ ਬਹੁਤ ਬੁਰਾ ਹਾਲ ਹੁੰਦਾ ਹੈ। ਓਕੇ ਸਲਮਸ। ਸਲਮਸ ਦੇ ਅਦਰ ਨੇਮਸ, slums the other names झुग्गी झोंपड़ी, गंदी बस्तियां, झोपड़पट्टी, ये ਇਹਦੇ दूसरे नाम ने। ओके झोपड़पट्टी, झुग्गी। ओके अदर नेम्स है ने। ਹੁਣ ਇਹ ਜਿਹੜੇ ਨਾਮ ਹੈ ਸਲਮਸ ਦੇ, ਦੈਨ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਉਹ ਕੈਰੈਕਟਰਿਸਟਿਕਸ ਵੀ ਸ਼ੋ ਹੁੰਦੇ ਨੇ ਇਹਦੇ ਸਲਮਸ ਦੇ। ਕੈਰੈਕਟਰਿਸਟਿਕਸ ਅਨਹਾਈਜੀਨਿਕ, ਓਕੇ, नॉन वेंटिलेशन, बैड environment, street lightning, okay, sewage system, alright, sanitation, okay। ਕੈਰੈਕਟਰਿਸਟਿਕਸ ਕਿਸ ਤਰ੍ਹਾਂ ਆਪਾਂ ਜਾਣਦੇ ਹਾਂ ਝੋਪੜਪੱਟੀਆਂ ਨੂੰ। ਡੰਪ ਯਾਰਡ ਨੀਅਰ, ਓਕੇ, ਡੰਪ ਯਾਰਡ ਨੀਅਰ ਜਿੱਥੇ ਉਹ ਏਰੀਆ ਰਹਿਣਾ ਹੁੰਦਾ ਵਾ। ਡਰੇਨੇਜ ਸਿਸਟਮ, ਓਕੇ, ਇਹ ਚੀਜ਼ਾਂ ਆਪਾਂ ਦੇਖਦੇ ਵਾਂ ਸਲਮਸ ਦੇ ਵਿੱਚ ਜਾਂ ਝੋਪੜਪੱਟੀਆਂ ਦੇ ਵਿੱਚ। ਨੋਰਮਲੀ ਕਿੱਦਾਂ ਲੋਕਾਂ ਦਾ ਸਾਫ ਸੁਥਰਾ ਵਾਤਾਵਰਨ ਨਹੀਂ ਹੁੰਦਾ, ਨਾ ਸਫਾਈ ਹੁੰਦੀ ਹੈ, ਨਾ ਆਸ-ਪਾਸ ਦੀ ਸਫਾਈ ਹੁੰਦੀ ਹੈ, ਜਿਹਦੇ ਕਰਕੇ ਉਹਨਾਂ ਦਾ ਜਿਹੜਾ ਹਵਾਦਾਰ ਵਾਤਾਵਰਨ ਹੁਣ ਮਿਲਦਾ ਹੀ ਨਹੀਂ ਹੈ। ਨੋਨ ਵੈਂਟੀਲੇਸ਼ਨ ਇਹ ਸਿਚੁਏਸ਼ਨ ਹੈ, ਹਵਾ ਦਾ ਵਾਤਾਵਰਨ ਹੁੰਦਾ ਨਹੀਂ। ਘਰਾਂ ਦੇ ਵਿੱਚ ਨੋਰਮਲੀ ਆਪਾਂ ਵਿੰਡੋ ਛੱਡ ਦਿੰਦੇ ਹਾਂ ਹਵਾ ਦੇ ਨਿਕਾਸ ਦੇ ਲਈ, ਤਾਂ ਇੱਥੇ ਜਿਹੜੀ ਝੁੱਗੀ ਝੌਂਪੜੀ ਬਣਾਉਣਗੇ ਉੱਥੇ ਉਹਨਾਂ ਦੇ ਲਈ ਕਿੱਥੋਂ ਵੈਂਟੀਲੇਸ਼ਨ ਹੋਏਗਾ। ਨਾਲ ਉਹਨਾਂ ਨੇ ਘਰ ਬਣਾਉਣੇ ਹੁੰਦੇ ਨੇ, ਨਾਲ ਝੁੱਗੀਆਂ ਪਾਣੀਆਂ ਹੁੰਦੀਆਂ ਨੇ, ਜਿਹਦੇ ਕਰਕੇ ਉਹਨਾਂ ਨੂੰ ਹਵਾ ਕਿਸੇ ਪਾਸੇ ਮਿਲਦੀ ਨਹੀਂ ਹੈ। ਬੈਡ এনवायरनमेंट, ਵਾਤਾਵਰਨ ਆਸ-ਪਾਸ ਦਾ ਬੜਾ ਬੁਰਾ ਹੋ ਜਾਂਦਾ ਹੈ, ਨਾ ਗਲੀਆਂ ਦੀ ਉਹਨਾਂ ਨੂੰ ਰੋਸ਼ਨੀ ਮਿਲਦੀ ਹੈ, ਪਾਣੀ ਖੜ ਜਾਂਦਾ ਵਾ, ਨਿਕਾਸ ਕਿਸੇ ਪਾਸੇ ਹੈਗਾ ਨਹੀਂਗਾ। ਸਾਫ ਸਫਾਈ ਕਿੱਥੋਂ ਹੋਣੀ ਵਾ। ਡੰਪ ਯਾਰਡ ਦੇ ਲਾਗੇ ਦੇ ਵਿਚਾਰੇ, ਠੀਕ ਹੈ। ਡੰਪ ਯਾਰਡ ਦੇ ਜਦੋਂ ਲਾਗੇ ਰਹਿੰਦੇ ਨੇ ਤਾਂ ਫਿਰ ਡਰੇਨੇਜ, ਨਾਲੀਆਂ ਦਾ ਵੀ ਕੋਈ ਸਿਸਟਮ ਹੈ ਨਹੀਂਗਾ। ਨਾਲੀਆਂ ਦਾ ਸਿਸਟਮ, ਨਾਲੀ ਵਗੈਰਾ ਦਾ ਕੁਝ ਹੈ ਹੀ ਨਹੀਂਗਾ। ਉਦੋਂ ਤਾਂ ਕਈ ਵਾਰੀ ਉਹਨਾਂ ਦੇ ਘਰੋਂ ਜਿੱਥੇ ਰਹਿ ਰਹੇ ਹੁੰਦੇ ਨੇ ਉੱਥੋਂ ਹੀ ਪਾਣੀ ਦਾ ਨਿਕਾਸ ਹੁੰਦਾ ਕਿਸੇ ਨਾ ਕਿਸੇ ਪਾਸੇ। ਇਸੀ ਕਰੈਕਟਰਿਸਟਿਕਸ। ਹੁਣ ਲਾਸਟ ਜਿਹੜਾ ਪਾਰਟ ਰਹਿ ਗਿਆ ਵਾ ਜਿੱਦਾਂ ਸਲਮਸ ਦਾ, ਉਹ ਆਪਣੇ ਹੈਗੇ ਆ ਰੀਜ਼ਨਸ। रीजन्स ऑफ स्लम्स। की कारण है झुग्गी झोंपड़ियां दे बनन दा? पहले पॉइंट आप लिख देवां अर्बनाइजेशन। ਜਦੋਂ ਸ਼ਹਿਰਾਂ ਦਾ ਵਿਕਾਸ ਹੁੰਦਾ ਹੈ ਤਾਂ ਮੇਨਲੀ ਜਿਹੜੇ ਰਹਿਣ ਵਾਲੇ ਲੋਕ ਨੇ ਉਹੀ ਘਰ ਬਣਾਉਣਗੇ ਜਾਂ ਘਰ ਲੀਜ਼ ਤੇ ਜਾਂ ਰੈਂਟ ਤੇ ਲੈਣਗੇ। ਦੂਸਰੇ ਲੋਕਾਂ ਨੂੰ ਤਾਂ ਰਹਿਣ ਦੇ ਲਈ ਜਗ੍ਹਾ ਮਿਲਣੀ ਨਹੀਂ ਹੈਗੀ, ਕਿਉਂਕਿ ਇਹਨਾਂ ਲੋਕਾਂ ਨੂੰ ਕਿਰਾਏ ਤੇ ਦੇਣਾ ਨਹੀਂਗਾ। ਤਾਂ ਇਹਨਾਂ ਲੋਕਾਂ ਨੂੰ ਜਦੋਂ ਕਿਰਾਏ ਤੇ ਦੇਣਾ ਨਹੀਂਗਾ, ਅਰਬਨਾਈਜੇਸ਼ਨ ਹੋਣਾ ਵਾ, ਸ਼ਹਿਰੀਕਰਨ, ਵਿਕਾਸ ਹੋਣਾ ਹੈ, ਤਾਂ ਫਿਰ ਇਹਨਾਂ ਲੋਕਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਰੁਕਣਾ ਹੀ ਪੈਣਾ। ਤਾਂ ਫਿਰ ਜਾਣਗੇ ਕਿੱਥੇ? ਆਊਟਸਕਰਟਸ ਦੇ ਉੱਪਰ, ਜਿਹੜੇ ਬਾਹਰ ਦੇ ਏਰੀਆ ਹੁੰਦੇ ਨੇ। ਮਾਈਗ੍ਰੇਸ਼ਨ। ਜਦੋਂ ਸਪੋਜ਼ ਕਰੋ ਸਿਟੀ ਦੇ ਕਿਤੇ ਅੰਦਰਲੇ ਏਰੀਆ 'ਚ ਰਹਿ ਰਹੇ ਨੇ
ਤੇ ਲੋਕ ਉੱਥੇ ਆ ਕੇ ਮਾਈਗ੍ਰੇਟ ਹੋਣਗੇ ਤਾਂ ਫਿਰ ਇਹਨਾਂ ਨੂੰ ਮੂਵ ਕਰਨਾ ਪਏਗਾ ਐਜ਼ ਅ ਰਿਜ਼ਲਟ। ਓਕੇ, ਐਜ਼ ਅ ਰਿਜ਼ਲਟ ਇਹਨਾਂ ਨੂੰ ਮੂਵ ਕਰਨਾ ਪਏਗਾ। ਜਾਂ slums, bad living structure। slums ਬਣਦੇ ਤਾਂ ਹੈ ਕਿਉਂਕਿ ਲੋਕਾਂ ਦਾ ਜਿਹੜਾ ਰਹਿਣ ਦਾ ਤਰੀਕਾ, ਲੋਕਾਂ ਦਾ ਜਿਹੜਾ ਰਹਿਣ ਦਾ ਸਿਸਟਮ ਹੁੰਦਾ ਨਾ ਬਹੁਤਾ ਹੀ ਮਾੜਾ ਹੁੰਦਾ ਵਾ। ਇਸ ਕਰਕੇ ਨਹੀਂ ਉਹ slums ਬਣਦੇ ਕਿਉਂਕਿ ਉਹ ਸਿਚੁਏਸ਼ਨ ਦੇ ਅਕੋਰਡਿੰਗ ਆਪਣੇ ਆਪ ਨੂੰ ਉਹਨਾਂ ਨੇ ਢਾਲਿਆ ਹੁੰਦਾ ਹੈ। ਓਕੇ, ਉਹਨਾਂ ਨੇ ਸਿਚੁਏਸ਼ਨ ਦੇ ਅਕੋਰਡਿੰਗ ਆਪਣੇ ਆਪ ਨੂੰ ਢਾਲਿਆ ਹੁੰਦਾ ਹੈ, ਜਿਹਦੇ ਕਰਕੇ ਸਲਮਸ ਦੇ ਰਾਈਜ਼ ਅਪ ਹੁੰਦੇ ਨੇ। ਜਸਟ ਅ ਮਿੰਟ ਪਲੀਜ਼। ਓਕੇ, ਅਰਬਨਾਈਜੇਸ਼ਨ ਵਿਕਾਸ ਹੋਏਗਾ ਅਰਬਨ ਦਾ, ਜਿਹਦੇ ਕਰਕੇ ਸਲਮਸ ਬਣਨਗੇ, ਲੋਕ ਮਾਈਗ੍ਰੇਟ ਕਰ ਰਹੇ ਨੇ, ਇਹਨਾਂ ਨੂੰ ਮੂਵ ਹੋਣਾ ਪਏਗਾ। ਐਂਡ ਲਾਸਟ ਪਾਰਟ ਇਜ਼ ਪੋਵਰਟੀ। ਓਕੇ, ਗਰੀਬੀ ਹੈ ਜਿਹਦੇ ਕਰਕੇ ਇਹ ਲੋਕ ਕਿਰਾਏ ਤੇ ਰਹਿਣਗੇ, ਸੌਰੀ ਕਿਰਾਏ ਤੇ ਇਹਨਾਂ ਨੂੰ ਅਫੋਰਡ ਨਹੀਂ ਹੋਣਾ ਪਏਗਾ, ਆਪਣੀਆਂ ਜ਼ਰੂਰਤਾਂ ਮਸਾਂ ਪੂਰੀਆਂ ਕਰਨੀਆਂ ਨੇ, ਜਿਹਦੇ ਕਰਕੇ ਮੂਵ ਹੋਣਗੇ ਸਲਮਸ 'ਚ। ਓਕੇ, ਮੈਂ ਰਿਵਾਈਜ਼ ਕਰ ਦਿੰਦਾ ਵਾਂ, ਇੱਕ ਵਾਰ ਟੈਲੀ ਕਰ ਦਿੰਦਾ ਵਾਂ। ਆਪਾਂ ਅੱਜ ਡਿਸਕਸ ਕੀਤੀਆਂ ਨੇ ਪ੍ਰੋਬਲਮਸ ਔਰ ਇਸ਼ੂਜ਼ ਆਫ ਰੂਰਲ ਸੋਸਾਇਟੀ, ਸੌਰੀ ਅਰਬਨ ਸੋਸਾਇਟੀ, ਸ਼ਹਿਰੀ ਵਾਲੇ ਲੋਕਾਂ ਦੀਆਂ ਸਮੱਸਿਆਵਾਂ। ਦੋ ਸਮੱਸਿਆਵਾਂ ਸਾਹਮਣੇ ਆਈਆਂ ਨੇ। ਪਹਿਲੀ ਸੀਗੀ ਹਾਊਸਿੰਗ, ਜਿਹਦੇ ਕਰਕੇ ਹੋਮਲੈਸਨੈਸ ਉਹਨਾਂ ਨੂੰ ਹੁੰਦੀ ਹੈ, ਘਰਾਂ 'ਚ ਕਮੀ ਹੁੰਦੀ ਹੈ। दूसरा स्लम्स, क्यों? क्योंकि जो ओवर पॉपूलेशन लोग ओवर पॉपूलेशन होएगी शहर ਦੇ ਵਿੱਚ ਤਾਂ ਫਿਰ ਇਹ ਲੋਕ ਜਿਹੜੇ ਗਰੀਬ ਹੋਣਗੇ ਇਹਨਾਂ ਨੂੰ ਡੈਲੀਬਰੇਟਲੀ ਕਹ ਦੋ ਜਾਂ ਫੋਰਸਫੁਲੀ ਸਲਮਸ ਤੋਂ ਮੂਵ ਹੋਣਾ ਪਏਗਾ। ਓਕੇ, ਇਸ ਇਹ ਟੌਪਿਕ ਤੇ ਆਪਾਂ ਵੇਟ ਕਰਦੇ, ਇਸ ਟੌਪਿਕ ਤੇ ਥੋੜਾ ਡਿਸਕਸ ਕਰ ਲੈਣਾ। ਡਿਸਕਸ ਮੀਨਸ ਗੋ ਥਰੂ ਹੋ ਜਿਓ, ਚੈੱਕ ਇਟ ਆਊਟ, ਕੋਈ ਡਾਊਟ ਹੁੰਦਾ ਤਾਂ ਵਾਪਸ ਰਿਪਲਾਈ ਕਰ ਦੇਣਾ, ਦੈਨ मैं ਤੁਹਾਡੀ ਹੈਲਪ ਕਰ ਦਾਂਗਾ। ਲਾਸਟ ਟੌਪਿਕ ਚੱਲਦੇ ਹਾਂ ਆਪਾਂ। ਲਾਸਟ ਟੌਪਿਕ ਹੈ ਡਿਫਰੈਂਸ਼ੀਏਟ ਹੈ। ਜੋ ਪਹਿਲੇ ਤਿੰਨ ਲੈਸਨ ਹੈਗੇ ਨੇ ਟ੍ਰਾਈਬਲ ਸੋਸਾਇਟੀ, ਰੂਰਲ ਸੋਸਾਇਟੀ ਐਂਡ ਅਰਬਨ ਸੋਸਾਇਟੀ, ਉਹਨਾਂ ਨੂੰ ਕਿਸ ਤਰ੍ਹਾਂ ਕੰਪੈਰੀਟਿਵਲੀ ਇਸਤੇਮਾਲ ਦੱਸਿਆ ਗਿਆ ਹੈ ਵੀ ਇਹ ਲੋਕ ਟ੍ਰਾਈਬਲ ਵਾਲੇ ਕਿਸ ਤਰ੍ਹਾਂ ਦੇ ਹੁੰਦੇ ਨੇ, ਖਾਣ ਪੀਣ ਦਾ, ਰਹਿਣ ਦਾ, ਕੰਮ ਕੀਤਾ, ਪਿੰਡਾਂ ਦੇ ਕੰਪੈਰੀਟਿਵ ਕਿੱਦਾਂ ਹੁੰਦੇ ਨੇ ਤੇ ਸ਼ਹਿਰਾਂ ਦੇ ਕੰਪੈਰੀਟਿਵ ਕਿੱਦਾਂ ਹੋਣਗੇ। ਇਹ ਲਾਸਟ ਟੌਪਿਕ ਆਪਾਂ ਡੀਲ ਕਰਦੇ ਹਾਂ ਹੁਣੇ। Okay, students, last topic है difference between tribal society, rural society and urban society। ठीक है, ਹੁਣ ਤਿੰਨ ਚੈਪਟਰ ਆਲਰੇਡੀ ਹੋ ਗਏ ਨੇ ਡਿਸਕਸ਼ਨ ਦੇ ਵਿੱਚ, ਤਾਂ ਉਹਦੇ ਵਿੱਚ ਹੁਣ ਆਪਾਂ ਪਹਿਲਾਂ ਦੇਖਿਆ ਸੀਗਾ ਟ੍ਰਾਈਬਲ ਸੋਸਾਇਟੀ ਪੂਰਾ ਚੈਪਟਰ, ਉਸ ਤੋਂ ਬਾਅਦ ਰੂਰਲ ਸੋਸਾਇਟੀ ਐਂਡ ਇਹ ਖਤਮ ਕਰ ਰਹੇ ਹਾਂ ਅਰਬਨ ਸੋਸਾਇਟੀ। ਓਕੇ, ਹੁਣੇ ਖਤਮ ਕੀਤਾ ਸੀਗਾ ਨਾ ਪ੍ਰੋਬਲਮਸ ਆਫ ਰੂਰਲ ਸੋਸਾਇਟੀ। ਹੁਣ ਇਹ ਦੇਖਣਾ ਕੋਲੈਬੋਰੇਟਲੀ ਵਿਦ ਡਿਫਰੈਂਸ ਕਿਸ ਤਰ੍ਹਾਂ ਇਹ ਲੋਕ ਹੁੰਦੇ ਨੇ, ਕਿਸ ਤਰ੍ਹਾਂ ਦੇ ਰੂਰਲ ਦੇ ਹੋ ਗਏ, ਕੰਮਕਾਜ, ਇਹਨਾਂ ਦੀ ਪਹਿਚਾਨ, ਪਹਿਰਾਵਾ, ਆਲ ਟੁਗੇਦਰ, ਆਕੂਪੇਸ਼ਨ, ਸਾਰਾ ਇਕਨੋਮਿਕ ਸਿਸਟਮ, ਪੋਲੀਟੀਕਲ ਸਿਸਟਮ। ਓਕੇ, देखिए ट्राइबल सोसाइटी स्मॉल इन साइज, इधर एरिया ਜਿਹੜਾ ਹੁੰਦਾ ਵਾ ਟ੍ਰਾਈਬਲ ਵਾਲਾ ਦਾ ਏਰੀਆ ਬਹੁਤ ਛੋਟਾ ਹੁੰਦਾ ਵਾ, ਸੇਮ ਤਰ੍ਹਾਂ ਪਿੰਡ ਦਾ ਵੀ ਏਰੀਆ ਛੋਟਾ ਹੁੰਦਾ ਹੈ, ਪਰ ਅਰਬਨ ਸ਼ਹਿਰਾਂ ਵਾਲਿਆਂ ਦਾ ਜਿਹੜਾ ਏਰੀਆ ਹੁੰਦਾ ਵਾ ਉਹ ਵੱਡਾ ਹੁੰਦਾ ਹੈ। ਓਕੇ, ਟ੍ਰਾਈਬਲ ਸੋਸਾਇਟੀ ਵਾਲੇ ਪੀਪਲ ਜਿਹੜੇ ਹੁੰਦੇ ਨੇ ਹੋਮੋਜੀਨਸ, ਹੋਮੋਜੀਨਸ ਮੀਨਸ ਉਹ ਲੋਕ ਸਿੰਪਲ ਰਹਿੰਦੇ ਨੇ, ਸੇਮ ਆਕੂਪੇਸ਼ਨ, ਕੰਮ, ਕਿੱਤਾ, ਰਿਲੀਜਨ, ਕਲਚਰ, ਇਹ ਇੱਕ ਹੁੰਦਾ ਵਾ, ਇੱਕ ਰੂਪਤਾ ਹੁੰਦੀ ਹੈ। ਓਕੇ, ਇੱਕ ਰੂਪਤਾ ਮੀਨਸ ਇਹ ਵੀ ਲੋਕ ਇੱਕ ਸਮਾਨ ਰੂਪ ਹੁੰਦੇ ਨੇ। ਦੂਸਰੇ ਪਿੰਡਾਂ ਵਾਲੇ ਵੀ ਇੱਕ ਰੂਪਤਾ ਹੁੰਦੀ ਹੈ, ਸਮਾਨ ਰੂਪ ਹੁੰਦਾ ਹੈ, ਲੇਕਿਨ ਜਿਹੜੇ ਅਰਬਨ ਵਾਲੇ ਹੁੰਦੇ ਨੇ ਇਹ ਹੈਟਰੋਜੀਨਸ ਹੁੰਦੇ ਨੇ। ਇਹਨਾਂ 'ਚ ਸਿਮਿਲੈਰਿਟੀ ਨਹੀਂ ਹੁੰਦੀ ਬਲਕਿ ਇੰਡੀਵਿਜੂਅਲਿਟੀ ਹੁੰਦੀ ਹੈ ਕਿ ਲੋਕ ਵਿਅਕਤੀਗਤ ਰਹਿਣਾ ਪਸੰਦ ਕਰਦੇ ਨੇ ਆਪਣੀ ਪਹਿਚਾਣ ਤੋਂ। ਨੈਕਸਟ ਨੰਬਰ 3 ਹੈ ਡੋਮੀਨੇਟਡ ਬਾਈ ਬਲੱਡ ਰਿਲੇਸ਼ਨਸ਼ਿਪਸ। ਜਿਹੜੇ ਟ੍ਰਾਈਬਲ ਵਾਲੇ ਲੋਕ ਹੁੰਦੇ ਨੇ ਉਹ ਖੂਨੀ ਸੰਬੰਧ ਤੋਂ ਕਾਇਮ ਰਹਿੰਦੇ ਨੇ, ਉਹਨਾਂ ਦਾ ਸੰਬੰਧ ਉਹਨਾਂ ਦੀ ਕਮਿਊਨਿਟੀ ਨੂੰ ਤੇ ਗਰੁੱਪ ਨੂੰ ਰਿਪਰੈਜ਼ੈਂਟ ਕਰਦਾ ਹੈ। ਪਿੰਡਾਂ ਵਾਲੇ ਪ੍ਰਾਇਮਰੀ ਰਿਲੇਸ਼ਨ, ਜਿਹੜੇ ਨੇਬਰਹੁੱਡ ਹੋ ਜਾਂਦੇ ਨੇ, ਗੁਆਂਢ ਵਾਲੇ, ਉਹਨਾਂ ਦੇ ਨਾਲ ਵੀ ਚੰਗੇ ਰਿਲੇਸ਼ਨ ਹੁੰਦੇ ਨੇ, ਨੋਨ ਅਨਨੋਨ। ਸ਼ਹਿਰਾਂ ਵਾਲਿਆਂ ਦੇ ਜੋ ਸੈਕੰਡਰੀ ਰਿਲੇਸ਼ਨ ਹੁੰਦੇ ਨੇ, ਸੈਕੰਡਰੀ ਮੀਨਸ ਨਾ ਬਲੱਡ ਨਾ ਪ੍ਰਾਇਮਰੀ, ਸੈਕੰਡਰੀ ਮੀਨਸ ਆਪਣੀ ਡਿਪੈਂਡੈਂਸ ਹੋਣ ਦੇ ਲਈ, ਲੋੜਾਂ ਪੂਰੀਆਂ ਕਰਨ ਦੇ ਲਈ, ਇੱਥੋਂ ਤੱਕ ਹੀ। ਨੰਬਰ 4 ਇਨਫਾਰਮਲ ਮੀਨਸ ਆਫ ਕੰਟਰੋਲ। ਇਹਨਾਂ ਦੇ ਵਿੱਚ ਜਿਹੜੇ ਲੀਡਰ ਹੁੰਦੇ ਨੇ, ਨੇਤਾ, ਲੀਡਰ ਚੀਫਟਨ, ਉਹ ਕੰਟਰੋਲ ਕਰਦੇ ਨੇ ਲੜਾਈ ਝਗੜੇ ਨੂੰ। ਪਿੰਡਾਂ ਵਾਲਿਆਂ ਦੇ ਵਿੱਚ ਪੰਚਾਇਤ ਤੇ ਸ਼ਹਿਰਾਂ ਵਾਲਿਆਂ ਦੇ ਵਿੱਚ ਕਾਨੂੰਨ, ਕੋਰਟ ਵਗੈਰਾ ਹੋ ਗਏ। ਨੰਬਰ 5 ਇਹਨਾਂ ਦਾ ਕੰਮ ਹੁੰਦਾ ਵਾ ਟ੍ਰਾਈਬਲ ਸੋਸਾਇਟੀ ਦਾ ਹੰਟਿੰਗ, ਸ਼ਿਕਾਰ ਕਰਨਾ, ਭੋਜਨ ਇਕੱਠਾ ਕਰਨਾ ਤੇ
ਕਲਾਕ੍ਰਿਤੀ ਕਰਨੀਆਂ। ਦੂਰ ਪਿੰਡਾਂ ਵਾਲਿਆਂ ਦਾ ਮੇਨ ਕੰਮ ਹੁੰਦਾ ਵਾ ਐਗਰੀਕਲਚਰ, ਤੇ ਉਹੀ ਸ਼ਹਿਰਾਂ ਵਾਲਿਆਂ ਦਾ ਨੌਨ ਐਗਰੀਕਲਚਰ ਪਰਸਿਊਟ, ਉਹਨਾਂ ਦੇ ਜੋਬ ਬਿਜ਼ਨਸ ਇਹਨਾਂ ਕੰਮਾਂ 'ਚ ਲੱਗੇ ਹੁੰਦੇ ਨੇ। ਨੰਬਰ 6 ਕਲੋਜ਼ ਕੰਟੈਕਟ ਵਿਦ ਨੇਚਰ। ਜਿਹੜੇ ਟ੍ਰਾਈਬਲ ਲੋਕ ਹੁੰਦੇ ਨੇ ਨੇਚਰ ਦੇ ਬਹੁਤ ਕਰੀਬ ਹੁੰਦੇ ਨੇ, ਕਿਉਂਕਿ ਰੁੱਖਾਂ ਤੋਂ ਉਹਨਾਂ ਦੀ ਡਿਪੈਂਡੈਂਸੀ ਹੁੰਦੀ ਹੈ। ਓਕੇ, ਤੇ ਉਹ ਉੱਥੇ ਆਪਣਾ ਜਿਹੜੀ ਸਰਵਾਈਵਲ ਹੈ ਉਹਨਾਂ ਦੀ ਚੱਲਦੀ ਹੁੰਦੀ ਹੈ। ਰੂਰਲ ਪੀਪਲ ਇਹ ਕਲੋਜ਼ ਟੂ ਨੇਚਰ ਹੁੰਦੇ ਨੇ, ਕਿਉਂ? ਕਿਉਂਕਿ ਇਹਨਾਂ ਦਾ ਕੰਮ ਐਗਰੀਕਲਚਰ ਹੈ, ਤਾਂ ਕਾਫੀ ਹੱਦ ਤੱਕ ਇਹਨਾਂ ਦਾ ਐਸੋਸੀਏਸ਼ਨ ਹੁੰਦੀ, ਨੇੜੇ ਹੁੰਦੇ ਨੇ ਨੇਚਰ ਦੇ। ਜਿਹੜੇ ਸ਼ਹਿਰਾਂ ਵਾਲੇ ਨੇ ਇਹ ਟੋਟਲੀ ਆਊਟ ਆਫ ਵਿਦ ਦੀ ਕੰਟੈਕਟ ਵਿਦ ਨੇਚਰ, ਬਾਹਰ ਹੁੰਦੇ ਨੇ। ਨੰਬਰ 7 ਟ੍ਰਾਈਬਲ ਜਿਹੜੇ ਲੋਕ ਇਲਿਟਰੇਸੀ ਇਹਨਾਂ 'ਚ ਪਾਈ ਜਾਂਦੀ। ਇਲਿਟਰੇਸੀ ਮੀਨਸ ਅਨਪੜ੍ਹਤਾ, ਲੋਕ ਪੜ੍ਹੇ ਲਿਖੇ ਨਹੀਂ ਹੁੰਦੇ। ਫਿਰ ਅੱਗੇ ਜਾ ਕੇ ਜਿਹੜੇ ਪਿੰਡਾਂ ਵਾਲੇ ਹੁੰਦੇ ਨੇ ਇਹ ਜ਼ੋਰ ਦਿੰਦੇ ਨੇ ਪੜ੍ਹਾਈ ਦੇ ਉੱਪਰ। ਓਕੇ, ਜਿਹੜੇ ਸ਼ਹਿਰਾਂ ਵਾਲੇ ਹੁੰਦੇ ਨੇ ਉਹ ਹੈ ਮਾਸ ਐਜੂਕੇਸ਼ਨ, ਮੀਨਸ ਤਰ੍ਹਾਂ ਤਰ੍ਹਾਂ ਦੀ ਜਿਹੜੀ ਲੋੜੀਂਦੀ ਹੈ ਉਹ ਸਿੱਖਿਆ ਵੱਲ ਲੱਗੇ ਹੁੰਦੇ ਨੇ। ਲਾਈਫ ਸਟਾਈਲ ਨੰਬਰ 8 ਟ੍ਰਾਈਬਲ ਵਾਲੇ ਸਿੰਪਲਿਸਿਟੀ ਹੁੰਦੀ ਹੈ, ਬੜੇ ਸਿੰਪਲ ਸਧਾਰਨ ਲੋਕ ਹੁੰਦੇ ਨੇ, ਇੱਥੋਂ ਤੱਕ ਦੂਸਰੇ ਦੇ ਕੰਟੈਕਟ ਦੇ ਵਿੱਚ ਵੀ ਆਉਣਾ ਪਸੰਦ ਨਹੀਂ ਕਰਦੇ, ਸ਼ਾਈਨੈਸ ਹੁੰਦੀ ਹੈ। ਸ਼ਹਿਰਾਂ ਪਿੰਡਾਂ ਵਾਲਿਆਂ ਦੀ ਸਿੰਪਲਿਸਿਟੀ ਹੁੰਦੀ ਹੈ, ਸਧਾਰਨ ਜੀਵਨ, ਪਲੱਸ ਇਹਨਾਂ ਦੀ ਹੌਸਪਿਟੈਲਿਟੀ, ਮਹਿਮਾਨ ਨਵਾਜੀ ਬੜੀ ਸੋਹਣੀ ਹੁੰਦੀ ਹੈ ਕਿ ਆਓ ਭਗਤ ਕਹਿ ਕੇ ਮਹਿਮਾਨ ਨੂੰ ਹੱਥਾਂ ਤੇ ਚੱਕਦੇ ਆ। ਅਰਬਨ ਸੁਸਾਇਟੀ ਸ਼ਹਿਰਾਂ ਵਾਲਿਆਂ ਦਾ ਆਰਟੀਫੀਸ਼ੀਅਲਿਟੀ ਤੇ ਨੈਰੋ ਟ੍ਰੀਟਮੈਂਟ। ਆਰਟੀਫੀਸ਼ੀਅਲ ਮੀਨਸ ਦਿਖਾਵੇ ਦੇ ਲਈ, ਜਦੋਂ ਸ਼ਹਿਰਾਂ ਵਾਲੇ ਕਹਿੰਦੇ ਨਾ ਓਕੇ ਬਾਏ ਗੁੱਡ ਬਾਏ, ਇਟ ਮੀਨਸ ਸਿੰਪਲੀ ਇੰਡੀਕੇਸ਼ਨ ਹੈ ਕੀ ਬੋਲਦੇ ਆ ਗੈਟ ਰਿਡ ਆਫ, ਰਿਡੈਂਸ ਹੁੰਦੀ ਹੈ ਕਿ ਚਲੋ ਜਾਓ। ਇਸ ਮੀਨਿੰਗ ਨਾਲ ਬਾਏ ਹੁੰਦੀ ਹੈ ਗੈਟ ਰਿਡ ਆਫ, ਛੁਟਕਾਰਾ ਪਾਣਾ। ਓਕੇ, ਤੇ ਇਹਦਾ ਨੈਰੋ ਟ੍ਰੀਟਮੈਂਟ ਹੈ ਜਸਟ ਯਾਰ ਕੀ ਬੋਲਾ ਫੈਮਿਲੀ ਕੀ ਆਪਣਾ ਮੇਰਾ ਕੰਮ ਆ ਕਰਨਾ ਸੀਗਾ, ਹੁਣ ਆ ਕੇ ਬਹਿ ਗਏ ਨੇ, ਕਿਵੇਂ ਕੰਮ ਹੋਣਗੇ, ਇਸ ਤਰ੍ਹਾਂ ਨਾਲ ਇਹਨਾਂ ਟ੍ਰੀਟਮੈਂਟ ਹੋਣਾ ਵਾ। ਨੰਬਰ 9 ਕੰਜ਼ਰਵੇਟਿਵ ਐਂਡ ਡੋਗਮੈਟਿਵ। ਨਾ ਤਾਂ ਇਹ ਦੂਸਰੇ ਦੇ ਕੰਟੈਕਟ ਦੇ ਵਿੱਚ ਆਉਣਾ ਪਸੰਦ ਕਰਦੇ ਨੇ ਤੇ ਨਾ ਕਿਸੇ ਦਾ ਇੰਟਰਫੇਅਰ ਪਸੰਦ ਕਰਦੇ ਨੇ, ਤੇ ਇਹ ਲੋਕ ਆਪਣੇ ਵਿਚਾਰਾਂ ਵਾਲੇ ਹੁੰਦੇ ਨੇ। ਪਿੰਡਾਂ ਵਾਲੇ ਕੰਜ਼ਰਵੇਟਿਵ ਐਂਡ ਆਰਥੋਡਾਕਸ, ਇਹ ਬੜੇ ਮਨ ਦੇ ਪੱਕੇ ਹੁੰਦੇ ਨੇ, ਇਧਰੋਂ ਰਿਜ਼ਰਵ ਨੇਚਰ ਦੇ ਹੋ ਗਏ। ਆਰਥੋਡਾਕਸ ਮੀਨਸ ਆਪਣੇ ਮਤ, ਆਪਣੇ ਜਿਹੜੇ ਕਮਿਊਨਿਟੀ ਦੇ ਹੁੰਦੇ ਨੇ ਵਿਚਾਰ ਵਗੈਰਾ। ਇਹ ਵਾਲੇ ਜਿਹੜੇ ਲੋਕ ਹੁੰਦੇ ਨੇ ਅਰਬਨ ਵਾਲੇ, ਇਹ ਪ੍ਰੋਗਰੈਸਿਵ ਹੁੰਦੇ ਨੇ। ਇਹਨਾਂ ਦਾ ਖਿਆਲ ਇਹ ਨਹੀਂ ਹੁੰਦਾ ਕਿ ਇਹ ਲੋਕ ਕੋਈ ਕੀ ਸੋਚਦਾ ਕੋਈ ਕੀ ਸੋਚਦਾ, ਇਹਨਾਂ ਆਪਣੇ ਨਾਲ ਮਤਲਬ ਹੁੰਦਾ ਵਾ ਕਿ ਜਿਹੜੀ ਸਾਡੀ ਪ੍ਰੋਗਰੈਸ ਹੈ, ਗਰੋਥ ਹੈ, ਉਹ ਹੁੰਦੀ ਰਹੇ। ਲਾਸਟ ਪਾਰਟ ਹੈ ਸਿੰਪਲ ਡਿਵੀਜ਼ਨ ਆਫ ਲੇਬਰ ਬੇਸਡ ਔਨ ਸੈਕਸ। ਇਹ ਮੇਨਲੀ ਜਿਹੜੇ ਹੁੰਦੇ ਨੇ ਇਹ ਮੇਲ ਜ਼ਿਆਦਾ ਕੰਮ ਕਰਦੇ ਨੇ, ਪਰ ਫੀਮੇਲ ਦਾ ਵੀ ਪਾਰਟ ਹੋ ਜਾਂਦਾ ਵਾ ਕਿਤੇ ਨਾ ਕਿਤੇ। ਟ੍ਰਾਈਬਲ ਵਾਲੇ ਲੋਕਾਂ 'ਚ ਰੂਰਲ 'ਚ ਮੇਨਲੀ ਮੇਲ ਕੰਮ ਕਰਦੇ ਨੇ, ਅਰਬਨ 'ਚ ਸ਼ਹਿਰਾਂ ਦੇ ਵਿੱਚ ਲਾਰਜ ਡਿਵੀਜ਼ਨ ਆਫ ਲੇਬਰ ਇਹਦੇ 'ਚ ਨਹੀਂ ਹੁੰਦਾ ਕਿ ਮੇਲ ਹੀ ਕੰਮ ਕਰੇ, ਜ਼ਿਆਦਾ ਫੀਮੇਲ ਵੀ ਕੰਮ ਕਰਦੇ ਨੇ, ਤਾਂ ਜੋ ਉਹ ਦੋਨੋਂ ਮਿਲ ਕੇ ਘਰ ਨੂੰ ਅੱਛਾ ਰਨ ਕਰ ਸਕਦੇ ਨੇ ਸਰਵਾਈਵਲ ਦੇ ਲਈ, ਫੁਲਫਿਲ देयर ਨੀਡਸ। ਓਕੇ, ਇਹ ਆਪਣਾ ਲਾਸਟ ਟੌਪਿਕ ਸੀਗਾ ਡਿਫਰੈਂਸ ਬਿਟਵੀਨ ਟ੍ਰਾਈਬਲ ਸੋਸਾਇਟੀ, ਰੂਰਲ ਸੋਸਾਇਟੀ ਐਂਡ ਅਰਬਨ ਸੋਸਾਇਟੀ। ਹੁਣ ਪਹਿਲੇ 3 ਚੈਪਟਰ ਤੱਕ ਤੁਹਾਨੂੰ ਪ੍ਰੋਵਾਈਡ ਕਰ ਚੁੱਕਾ ਹਾਂ, ਵੀਡੀਓ ਅਪਲੋਡ ਹੋ ਚੁੱਕੀਆਂ ਨੇ। ਸੋ ਐਂਡਿੰਗ ਵਿਦ ਦਿਸ ਪਾਰਟ ਕਿ ਅਗਰ ਤੁਹਾਨੂੰ ਕਿਸੇ ਵੀ ਪਾਰਟ 'ਚ ਡਾਊਟ ਹੁੰਦਾ ਹੈ, ਤੁਸੀਂ ਵੀਡੀਓ ਰਿਵਾਈਂਡ ਕਰਕੇ ਦੇਖ ਲਓ। ਅਗਰ ਨਹੀਂ ਸਮਝ ਆ ਰਹੀ, ਨਹੀਂ ਸਮਝ ਆਉਂਦੀ, ਤਾਂ ਮੇਕ ਸ਼ੋਰ you leave a message in the inbox so that I can contact later on. अगर possible है तो live class I can start with you or can provide you, ਤਾਂ ਜੋ ਤੁਹਾਨੂੰ ਕਿਸੇ ਵੀ ਜਿਹੜੇ ਲਰਨਰ ਹੈ +2 ਵਾਲੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਪਰੇਸ਼ਾਨੀ ਰਿਲੇਟਡ ਟੂ ਦੇ ਸਬਜੈਕਟ ਨਾ ਹੋਏ। ਓਕੇ, ਸੋਸ਼ੀਓਲੋਜੀ ਦੇ ਨਾਲ ਆਪਾਂ ਡੀਲ ਕਰਦੇ ਹਾਂ ਜਨਰਲ ਇੰਗਲਿਸ਼ +2 ਕਲਾਸ ਦੇ ਲਈ ਐਂਡ ਸਪੋਕਨ ਇੰਗਲਿਸ਼। ਸੋ wherever you need to help and improve these 3 topics, you can ask me and contact me, feel free. So till we meet in next video, stay safe, stay home, enjoy your learning, enjoy videos. Thank you.